ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਜਦੋਂ ਅੱਖਰਾਂ ਦੀ ਗੱਲ ਤੁਰਦੀ ਹੈ ਤਾਂ ਸੋਚ ਫੁਰਦੀ ਹੈ ਕਿ ਦੁਨੀਆ ਦਾ ਸਭ ਤੋਂ ਵਿਚਿੱਤਰ, ਸਭ ਤੋਂ ਪਵਿੱਤਰ, ਗੌਰਵਸ਼ਾਲੀ, ਸ਼ਕਤੀਸ਼ਾਲੀ, ਵਿਲੱਖਣ ਅੱਖਰ ਇੱਕ ਓਂਕਾਰ ਹੈ। ਸੈਂਕੜੇ ਨਹੀਂ, ਹਜ਼ਾਰਾਂ ਫਲਾਸਫਰਾਂ ਨੇ, ਵਿਦਵਾਨਾਂ ਨੇ, ਕਥਾਕਾਰਾਂ ਨੇ, ਬੁਲਾਰਿਆਂ ਨੇ, ਸਾਹਿਤਕਾਰਾਂ ਨੇ, ਕਵੀਆਂ ਨੇ, ਗੀਤਕਾਰਾਂ ਨੇ ਬੀਤੀਆਂ 5 ਸਦੀਆਂ ਵਿੱਚ ਇਸ ਮਹਾਨ ਅੱਖਰ ਦੀ ਆਪੋ ਆਪਣੇ ਅੰਦਾਜ਼ ਵਿੱਚ, ਆਪੋ ਆਪਣੇ ਲਫ਼ਜ਼ਾਂ ਵਿੱਚ ਵਿਆਖਿਆ ਕੀਤੀ ਹੈ। ਪਰ ਕੋਈ ਵੀ ਇਹ ਦਾਅਵਾ ਨਹੀਂ ਕਰ ਸਕਿਆ ਕਿ ਉਹਨੇ ਇੱਕ ਓਂਕਾਰ ਦੀ ਥਾਂ ਪਾ ਲਈ ਹੈ। ਅਸਲ ਵਿੱਚ ਇੱਕ ਓਂਕਾਰ ਦੀ ਥਾਂ ਪਾਈ ਹੀ ਨਹੀਂ ਜਾ ਸਕਦੀ। ਇੱਕ ਓਂਕਾਰ ਅਥਾਹ ਹੈ, ਹੂਬਹੂ ਪਰਮਾਤਮਾ, ਹੂਬਹੂ ਪਾਰ ਬ੍ਰਹਮ, ਹੂਬਹੂ ਰੱਬ, ਹੂਬਹੂ ਬ੍ਰਹਿਮੰਡ ਦਾ ਸਿਰਜਕ। ਅੱਜ ਆਪਾਂ ਇਸੇ ਵਿਚਿੱਤਰ, ਪਵਿੱਤਰ, ਗੌਰਵਸ਼ਾਲੀ, ਸ਼ਕਤੀਸ਼ਾਲੀ, ਵਿਲੱਖਣ ਅੱਖਰ ਇੱਕ ਓਂਕਾਰ ਬਾਰੇ ਕੁਝ ਕਹਿਣਾ ਹੈ। ਮੈਨੂੰ ਆਪਣੀ ਸੀਮਤ ਬੁੱਧ ਬਾਰੇ ਪਤਾ, ਅਹਿਸਾਸ ਆ। ਇਸ ਲਈ ਮੈਂ ਇੱਕ ਓਂਕਾਰ ਦੀ ਵਿਆਖਿਆ ਵਿੱਚ ਨਹੀਂ ਪੈਣਾ, ਅਰਥ ਭਾਵ ਵੀ ਨਹੀਂ ਕਹਿਣਾ। ਬਸ ਸੁਣੀਆਂ ਸੁਣਾਈਆਂ ਤੇ ਹੱਡ ਹੰਡਾਈਆਂ ਦੋ ਗੱਲਾਂ ਆਖ ਜਾਣੀਆਂ। ਪਹਿਲਾਂ ਸੁਣੀ ਸੁਣਾਈ ਗੱਲ ਕਰ ਲੈਂਦੇ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਾਉਣ ਵਾਲਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਵਾਹਵਾ ਨਾਮਣੇ ਵਾਲਾ ਸਾਹਿਤਕਾਰ ਵੀ ਆ ਤੇ ਚੰਗਾ ਸੋਹਣਾ ਰਸੀਲਾ ਬੁਲਾਰਾ ਵੀ ਆ। ਮੈਂ ਉਹਦੀ ਲਿਖਤ ਤੋਂ ਵੀ ਪ੍ਰਭਾਵਿਤ ਹਾਂ, ਉਹਦੀ ਬੋਲਣ ਤੋਂ ਵੀ ਪ੍ਰਭਾਵਿਤ ਹਾਂ। ਉਹਦੇ ਆਖੇ ਬੋਲਦਾ ਆ ਰਿਹਾ। ਉਹ ਆਖਦਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਸਮੇਂ, ਜਾਣੀ ਕਿ ਅੱਜ ਤੋਂ ਤਕਰੀਬਨ 52 ਸਾਲ ਪਹਿਲਾਂ, ਆਪਾਂ 550 ਸਾਲਾ ਸ਼ਤਾਬਦੀ ਮਨਾ ਕੇ ਹਟੇ ਹਾਂ, ਆਪਾਂ 552ਵਾਂ ਪ੍ਰਕਾਸ਼ ਪੁਰਬ ਬਣਾ ਕੇ ਹਟੇ ਹਾਂ। ਸੋ ਹੁਣ 552ਵਾਂ ਮਨਾਇਆ। ਜਦੋਂ 500 ਪ੍ਰਕਾਸ਼ ਪੁਰਬ ਮਨਾਇਆ ਸੀ, 500ਵਾਂ ਯਾਨੀ 5 ਸਦੀਆਂ ਦਾ ਪ੍ਰਕਾਸ਼ ਪੁਰਬ ਮਨਾਇਆ ਸੀ, ਜਦੋਂ 5ਵੀਂ ਸ਼ਤਾਬਦੀ ਮਨਾਈ ਸੀ ਗੁਰੂ ਨਾਨਕ ਸਾਹਿਬ ਗੁਰਪੁਰਬ ਦੀ 1969 ਦੇ ਵਿੱਚ, ਉਦੋਂ ਭਾਸ਼ਾ ਵਿਭਾਗ ਪੰਜਾਬ ਨੇ ਨਾਮਵਰ ਸਾਹਿਤਕਾਰ ਬਲਵੰਤ ਗਾਰਗੀ ਦਾ ਇੱਕ ਲੇਖ ਬਹੁਤ ਵੱਡੀ ਗਿਣਤੀ ਛਪਵਾ ਕੇ ਵੰਡਿਆ ਸੀ। ਆਖਿਆ ਜਾਂਦਾ 50,000 ਪੰਜਾਬੀ 'ਚ ਤੇ 50,000 ਹਿੰਦੀ ਵਿੱਚ। ਅੱਜ ਕੱਲ੍ਹ ਇੰਨੇ ਨਹੀਂ ਛਪਦੇ। ਹੁਣ ਬਲਵੰਤ ਗਾਰਗੀ ਨਾ ਆਪ ਆਪਣੇ ਸਿੱਖ ਹੋਣ ਦਾ ਦਾਅਵਾ ਕਰਦਾ, ਨਾ ਉਹ ਸਿੱਖੀ ਸਰੂਪ ਵਾਲਾ ਆ, ਨਾ ਉਹ ਸਿੱਖੀ ਰਹਿਤ ਵਾਲਾ ਆ, ਪਰ ਉਹਦਾ ਲੇਖ ਛਪਵਾ ਕੇ ਵੰਡਿਆ ਗਿਆ ਗੁਰੂ ਨਾਨਕ ਸਾਹਿਬ ਦੀ 5ਵੀਂ ਸ਼ਤਾਬਦੀ ਦੇ ਸਮੇਂ। ਪਰ ਬਲਵੰਤ ਗਾਰਗੀ ਦੀ ਲਿਖਤ ਦੇ ਵਿੱਚ ਜਿਹੜੀ ਸ਼ਰਧਾ ਹੈ ਉਹ ਦੇਖਣ ਵਾਲੀ ਹੈ। ਉਹਦੀ ਗੱਲ ਆਪਾਂ ਕਰਨੀ ਹੈ ਅੱਖਰਾਂ ਨਾਲ ਜੁੜ ਕੇ। ਅੱਖਰਾਂ ਦਾ ਸਰਨਾਮਾ ਦਾ ਇਹ ਆਪਣਾ ਦੂਜਾ ਐਪੀਸੋਡ ਹੈ। ਅੱਖਰਾਂ ਦੇ ਇਸ ਸਰਨਾਮੇ ਦੀ ਭੂਮਿਕਾ ਵਜੋਂ ਹੈ। ਉਸ ਲੇਖ ਦੀ ਆਰੰਭਤਾ ਕਰਦਾ ਬਲਵੰਤ ਗਾਰਗੀ ਕਹਿੰਦਾ ਕਿ ਜਦੋਂ ਸਾਡੀ ਉਮਰ ਅੱਖਰ ਉਠਾਲਣ ਦੀ ਹੋਈ ਤਾਂ ਇੱਕ ਦਿਨ ਸਵਖਤੇ ਮੇਰੀ ਮਾਂ ਨੇ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਉਠਾ ਲਿਆ ਤੇ ਪਿੰਡ ਦੇ ਬਾਹਰ ਟਿੱਲੇ ਵਾਲੇ ਸਾਧ ਕੋਲ ਲੈ ਗਏ। ਮਾਂ ਦੀ ਰੀਸੇ ਅਸਾਂ ਵੀ ਸਾਧ ਨੂੰ ਮੱਥਾ ਟੇਕ ਦਿੱਤਾ। ਮੱਥਾ ਟੇਕ ਕੇ ਮਾਂ ਥੋੜਾ ਪਿੱਛੇ ਹਟ ਕੇ
ਸਾਧ ਨੂੰ ਸੰਬੋਧਨ ਹੋ ਕੇ ਆਖਣ ਲੱਗੀ ਕਿ ਇੰਨੀ ਤਾਂ ਸੱਤਿਆ ਨਹੀਂ, ਇਹਨਾਂ ਦੋਵਾਂ ਨੂੰ ਪੜ੍ਹਾ ਸਕਾਂ। ਜਰਾ ਦੇਖ ਕੇ ਦੱਸਿਓ ਤਾਂ ਕਿਹਦੇ ਢਿੱਡ ਵਿੱਚ 4 ਅੱਖਰ ਪੈਣਗੇ, ਉਹਨੂੰ ਧਰਮਸ਼ਾਲਾ ਛੱਡ ਆਵਾਂ। ਤੇ ਬਲਵੰਤ ਗਾਰਗੀ ਕਹਿੰਦਾ ਇਹ ਸਾਧ ਨੇ ਬਿਨਾਂ ਦੇਖਿਆ ਆਪਣੇ ਹੱਥ ਦਾ ਇਸ਼ਾਰਾ ਮੇਰੇ ਵੱਲ ਕਰ ਦਿੱਤਾ। ਤੇ ਇੱਥੇ ਬਲਵੰਤ ਗਾਰਗੀ ਕਹਿੰਦਾ ਹੈ ਕਿ ਜੇ ਕਿਤੇ ਸਾਧ ਉਹ ਇਸ਼ਾਰਾ ਮੇਰੇ ਭਰਾ ਵੱਲੇ ਕਰ ਦਿੰਦਾ ਤੇ ਮੈਂ ਬੁਢਲਾਡੇ ਆੜਤੀਆ ਹੋਣਾ ਸੀਗਾ, ਕਿਉਂਕਿ ਮੇਰਾ ਵੱਡਾ ਭਰਾ ਕੁਲਵੰਤ ਆੜਤੀਆ ਹੈ। ਗੱਲ ਛੋਟੀ ਕਰੀਏ, ਗਾਂ ਤੋਰੀਏ। ਬਲਵੰਤ ਗਾਰਗੀ ਲਿਖਦਾ ਹੈ ਕਿ ਮੇਰੀ ਮਾਂ ਨੇ ਮੇਰੇ ਵੱਡੇ ਭਰਾ ਨੂੰ ਤਾਂ ਛੱਡਿਆ ਘਰ, ਤੇ ਮੈਨੂੰ ਧਰਮਸ਼ਾਲਾ ਜਾ ਕੇ ਛੱਡ ਆਈ। ਉੱਥੇ ਕਹਿੰਦਾ ਵੀ ਮੇਰੇ ਵਰਗੇ ਮੇਰੇ ਹਾਣੀ ਹੋਰ ਵੀ ਸਨ ਜਿਹੜੇ ਪੜ੍ਹਨ ਆਉਂਦੇ ਸਨ, ਪੜ੍ਹਨ ਆਏ ਹੋਏ ਸਨ, ਪਰ ਪੜ੍ਹਾਉਣ ਵਾਲਾ ਕੋਈ ਨਹੀਂ ਸੀ। ਮੈਂ ਆਪਣੇ ਹਾਣੀਆਂ ਨੂੰ ਜਿਹੜੇ ਸੀ ਉਹਨਾਂ ਨੂੰ ਪੁੱਛਿਆ ਕਿ ਪੜ੍ਹਦੇ ਕਿੱਦਾਂ, ਪੜ੍ਹਾਉਂਦਾ ਕੌਣ ਹੈ? ਤੇ ਉਹ ਕਹਿਣ ਲੱਗੇ ਕਿ ਨਿਹੰਗ ਸਿੰਘ ਦਾ ਗੁਰਦੁਆਰਾ, ਨਿਹੰਗ ਸਿੰਘ ਚੱਲਦੇ ਵਹੀਰ ਦੇ ਨਾਲ ਹੀ ਚਲੇ ਜਾਂਦਾ, ਦੂਜੇ ਚੌਥੇ ਆਉਂਦਾ, ਇੱਕ ਸਬਕ ਆ ਕੇ ਦੇ ਜਾਂਦਾ, ਤੇ ਜਦੋਂ ਫਿਰ ਦੂਜੇ ਚੌਥੇ ਆਉਂਦਾ ਪਿਛਲਾ ਸਬਕ ਸੁਣ ਲੈਂਦਾ ਤੇ ਗਾਂ ਦਾ ਸਬਕ ਦੇ ਜਾਂਦਾ। ਇੱਦਾਂ ਸੰਥਿਆ ਦੇ ਕੇ ਪੜ੍ਹਾਉਂਦਾ ਨਿਹੰਗ ਸਿੰਘ। ਕਹਿੰਦਾ ਇੱਕ ਦਿਨ ਰੌਲਾ ਪੈ ਗਿਆ, ਨਿਹੰਗ ਸਿੰਘ ਆ ਗਿਆ, ਨਿਹੰਗ ਸਿੰਘ ਆ ਗਿਆ। ਤੇ ਜਿੱਧਰੋਂ ਰੌਲਾ ਪੈਂਦਾ ਸੀ ਨਿਹੰਗ ਸਿੰਘ ਆ ਰਿਹਾ, ਜਿੱਧਰ ਦੇ ਮੈਨੂੰ ਘੋੜਿਆਂ ਦੀ ਆਉਣ ਦੀ ਆਵਾਜ਼ ਆ ਰਹੀ ਸੀ ਚੱਲਦੇ ਵਹੀਰ ਦੀ, ਅਸੀਂ ਸਾਰੇ ਉਧਰ ਨੂੰ ਮੂੰਹ ਕਰਕੇ ਖੜੇ ਹੋ ਗਏ। ਤੇ ਮੈਨੂੰ ਲੱਗਿਆ ਕਿ ਦੂਰ ਦੁਮੇਲ ਤੇ ਜਿੱਥੇ ਅਸਮਾਨ ਤੇ ਧਰਤੀ ਮਿਲਦੇ ਨੇ, ਉਸ ਨੀਲੇ ਅਸਮਾਨ ਦੇ ਵਿੱਚੋਂ ਨੀਲੇ ਬਾਣੇ ਵਾਲਾ ਘੋੜੇ ਤੇ ਸਵਾਰ ਹੋਇਆ ਕਿ ਉਤਰ ਰਿਹਾ ਹੈ। ਚੱਲਦਾ ਵੀਰ ਸਾਡੇ ਨੇੜੇ ਆਇਆ, ਘੋੜੇ ਤੇ ਸਵਾਰ ਨਿਹੰਗ ਸਿੰਘ ਜਿਹੜਾ ਉਸ ਗੁਰਦੁਆਰੇ ਨੂੰ ਚਲਾਉਂਦਾ ਸੀ ਸਭ ਤੋਂ ਮੋਹਰੇ, ਉਹਦੇ ਹੱਥ ਵਿੱਚ ਲੰਮਾ ਨੇਜਾ। ਸਾਡੇ ਘੋੜੇ ਆ ਕੇ ਕੋਲ ਰੁਕ ਗਏ, ਨਿਹੰਗ ਸਿੰਘ ਕੋਲ ਰੁਕਿਆ। ਅਸੀਂ ਸਾਰਿਆਂ ਨੇ ਉਹਨਾਂ ਨੂੰ ਫਤਿਹ ਬੁਲਾਈ, ਉਹਨੇ ਵੀ ਫਤਿਹ ਬੁਲਾਈ। ਤੇ ਕਿਉਂਕਿ ਬਲਵੰਤ ਗਾਰਗੀ ਨਵਾਂ ਸੀ ਅਜੇ, ਗਾਰਗੀ ਕਹਿੰਦਾ ਮੇਰੇ ਵੱਲ ਇਸ਼ਾਰਾ ਕਰਕੇ ਪੁੱਛਿਆ ਤੂੰ ਕੌਣ ਬਈ? ਉਹ ਕਹਿੰਦਾ ਮੈਂ ਤੁਹਾਡੇ ਪਿੰਡ ਦੇ ਬਾਣੀਆਂ ਦਾ ਮੁੰਡਾ। ਤੇ ਕਹਿੰਦਾ ਨਿਹੰਗ ਸਿੰਘ ਪੁੱਛਣ ਲੱਗਾ ਕਿ ਇੱਥੇ ਖੇਡਣ ਆਉਂਦਾ ਹੈ? ਤੇ ਗਾਰਗੀ ਕਹਿੰਦਾ ਨਹੀਂ, ਪੜ੍ਹਨ ਆਉਂਦਾ। ਉਹ ਕਹਿੰਦਾ ਜੇ ਪੜ੍ਹਨ ਆਉਂਦਾ ਹੈ ਤੇ ਫਿਰ ਸੁਣਾ ਸਬਕ। ਗਾਰਗੀ ਆਖਣ ਲੱਗਾ ਕਿ ਸਬਕ ਤਾਂ ਅਜੇ ਦਿੱਤਾ ਹੀ ਨਹੀਂ, ਜਦੋਂ ਸਬਕ ਦਿਓਗੇ ਫਿਰ ਸੁਣਾ ਵੀ ਦਿਆਂਗਾ। ਤੇ ਕਹਿੰਦਾ ਮੇਰੇ ਤੋਂ ਇੰਨੀ ਗੱਲ ਸੁਣਦਿਆਂ ਨਿਹੰਗ ਸਿੰਘ ਨੇ ਬਾਕੀ ਬੱਚਿਆਂ ਨੂੰ ਪਿੱਛੇ ਹੋਣ ਲਈ ਆਖਿਆ, ਘੋੜੇ ਤੇ ਬੈਠੇ ਬਿਠਾਇਆ ਹੀ ਨੇਜੇ ਦੇ ਨਾਲ ਜ਼ਮੀਨ ਦੇ ਉੱਤੇ ਪਹਿਲਾਂ ਏਕਾ ਵਾਹਤਾ ਵੱਡਾ ਸਾਰਾ ਕਰਕੇ, ਤੇ ਫਿਰ ਉਹਦੇ ਮੋਹਰੇ ਖੁੱਲੇ ਮੂੰਹ ਵਾਲਾ ਊੜਾ ਵਾਹਤਾ। ਪਹਿਲਾਂ ਏਕਾ ਵਾਇਆ ਵੱਡਾ ਸਾਰਾ, ਫਿਰ ਉਹਦੇ ਮੋਹਰੇ ਓਡਾ ਹੀ ਵੱਡਾ ਖੁੱਲੇ ਮੂੰਹ ਵਾਲਾ ਊੜਾ ਵਾਇਆ। ਤੇ ਮੈਨੂੰ ਆਖਣ ਲੱਗਾ ਇਹਨੂੰ ਟੇਕ ਮੱਥਾ ਤੇ ਆਖ ਇੱਕ ਓਂਕਾਰ। ਗਾਰਗੀ ਕਹਿੰਦਾ ਮੈਂ ਮੱਥਾ ਟੇਕਿਆ, ਆਖਿਆ ਇੱਕ ਓਂਕਾਰ। ਤੇ ਨਿਹੰਗ ਸਿੰਘ ਆਖਣ ਲੱਗਾ ਇਹ ਤੇਰਾ ਪਹਿਲਾ ਸਬਕ ਹੋਇਆ। ਤੇ ਗਾਰਗੀ ਲਿਖਦਾ ਹੈ ਕਿ ਮੇਰੀ ਜ਼ਿੰਦਗੀ ਦਾ ਉਹ ਪਹਿਲਾ ਸਬਕ ਸੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੋ ਹੈ, ਤੇ ਮੇਰੀ ਬਾਕੀ ਸਾਰੀ ਦੀ ਸਾਰੀ ਪੜ੍ਹਾਈ ਇਹਨਾਂ ਦੋਹਾਂ ਸਬਕਾਂ ਦੇ ਵਿਚਕਾਰ ਹੈ। ਇਸ ਗੱਲ ਨੂੰ ਜਰਾ ਦੁਹਰਾ ਲਈਏ। ਇੱਕ ਓਂਕਾਰ, ਗਾਰਗੀ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਵੀ ਇੱਕ ਓਂਕਾਰ ਹੈ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇੱਕ ਓਂਕਾਰ ਹੈ, ਤੇ ਮੇਰੀ ਬਾਕੀ ਸਾਰੀ ਦੀ ਸਾਰੀ ਪੜ੍ਹਾਈ ਇਹਨਾਂ ਦੋਹਾਂ ਸ਼ਬਦਾਂ ਦੇ ਵਿਚਕਾਰ ਹੈ। ਤੇ ਇੱਥੇ ਹਰਪਾਲ ਸਿੰਘ ਪੰਨੂ ਆਪਣੇ ਵੱਲੋਂ ਕਹਿੰਦਾ ਹੈ ਕਿ ਇਸ ਇੱਕ ਲਾਈਨ ਦੇ ਵਿੱਚ ਗਾਰਗੀ ਨੇ ਦੱਸ ਦਿੱਤਾ ਕਿ ਨਾ ਇੱਕ ਓਂਕਾਰ ਤੋਂ ਪਹਿਲਾਂ ਕੋਈ ਪੜ੍ਹਾਈ ਹੈ ਤੇ ਨਾ ਇੱਕ ਓਂਕਾਰ ਤੋਂ ਬਾਅਦ ਵਿੱਚ ਕੋਈ ਪੜ੍ਹਾਈ ਹੈ। ਦੁਨੀਆ ਦੀਆਂ ਬਾਕੀ ਸਾਰੀਆਂ ਪੜ੍ਹਾਈਆਂ ਇੱਕ ਓਂਕਾਰ ਦੇ ਵਿਚਕਾਰ ਨੇ। ਕਦੇ ਇਸ ਰਮਜ ਨੂੰ ਸਮਝ ਲਈਏ, ਪਰ ਉਤਾਰਾ ਹੋ ਜਾਏਗਾ। ਗਾਰਗੀ ਗਾਂ ਜਾ ਕੇ ਲਿਖਦਾ, ਕਹਿੰਦਾ ਬਚਪਨ 'ਚ ਮੇਰੇ ਮਨ 'ਚ ਜਿਹੜੀ ਨਿਹੰਗ ਬਾਬਾ ਦੀ ਤਸਵੀਰ ਉਕਰੀ ਸੀ, ਸਮੇਂ ਦੇ ਨਾਲ ਉਹਨੇ ਮਿਟਣਾ ਤਾਂ ਕੀ ਸੀ, ਧੁੰਦਲੀ ਵੀ ਨਹੀਂ ਹੋਈ। ਅੱਜ ਵੀ ਮੈਨੂੰ ਜਾਪਦਾ ਏ
कि जिथे जमीन ते आसमान मिलते ने उस दमेल दे विचों नीले बाणे च घोड़े ते सवार कोई आवेगा जो धरती दे उत्ते एक ओंकार लिखेगा, संसार उसनूं मत्था टेकेगा, वो संसार लई सबक होवेगा। और एक ओंकार इहो जिहा सबक है जिहड़ा कागजां ते नहीं लिखिया जा सकता, जिहड़ा पहिलां दिलां विच लिखिया जावेगा ते फिर निशान साहब दे नाल सारी धरती ते लिखिया जावेगा। ते जदों दिलां विच लिख के सारी धरती ते लिखिया जावेगा उदों इस धरती दा पार उतारा हो जावेगा। क्या शरधा है, क्या सेध है, क्या एक ओंकार नाल जुड़न दा संदेश है गार्गी दे शब्दां दे विच। चलते प्रकरण नाल जोड़ के गार्गी जिहड़ी गल कह रहा वो गल दोहरा के कह दिया कि एक ओंकार कागजां ते लिखण वाला नहीं, ये दिलां विच लिखण वाला अखर है। ये कागजां ते लिखण वाला नहीं, ये धरती ते लिखण वाला अखर है। ये दिलां विच हर दिल विच ही होना चाहिए है, सारी धरती ते भी होना चाहिए है। ये हर मनुख दा अपना भी है, ये सारे संसार दा साझा भी है, पूरी मनुखता दा साझा भी है। और एडा इदू वध विचित्र होर अखर कोई नहीं, जिहड़ा हर मनुख दे दिल अंदर भी होना चाहिए है ते जिहड़ा सारे संसार दे विच भी होना चाहिए है, जिहड़ा सब दा साझा भी है, जिहड़ा सब दा निज भी है, जिहड़ा जोत स्वरूप दे नाल भी होना चाहिए है ते पूरे ब्रह्मंड दे विच भी होना चाहिए है। एक ओंकार। चलते प्रकरण नाल जुड़ के एक गल होर सांझी कर लवां। बलवंत गार्गी जिड्डे नामने वाला साहित्यकार होया, वार्तक लिखारी होया, नाटक लिखण वाला होया, कहानियां लिखण वाला होया, रेखा चित्र लिखण वाला होया, नावल लिखण वाला होया, ओडा ही नामने वाला शिव कुमार बटालवी है कविता लिखण वाला। आपां बटालवी नूं रोमांस दी कविता के तौर पर जानते हैं, पर बटालवी की किते गुरु गोबिंद सिंह बारे कविता लिखी आने वाले प्रोग्राम में साझी करांगे। जो गुरु नानक बारे लिखिया, जो संसार के कार विहार बारे लिखिया, उहदे बारे गल नहीं हुई अजे, उहदी गल भी करांगे। शिव कुमार बटालवी आख्या करदा सी, क्योंकि कविता उन्होंने फुरदी सी, छोटी जी उम्र चल वसिया, पर छोटी जी उम्र बड़ा कुछ लिखिया, महाकाव्य भी लिखिया। तो आखदा कि जो मेरे मोहरे मैं मेरे मेज के उत्ते मेरे टेबल के उत्ते जो कोरे कागज पै रहन, मैनूं कविता ना फुरे तो मैनूं डर लगन लग पैंदा कि मेरी सिरजना रुक गई। तो जो मैनूं डर लगन लगता है उदों मैं हुण कागजां दे थब्बे दे जिहड़ा सब तो उपरला कागज हुंदा उहदे सज्जे कोने दे उत्ते उपरले पासे एक ओंकार लिख दिंदा। और जो मैं एक ओंकार लिख देना तो फिर मैनूं डर लगनों हट जाता, क्योंकि एक ओंकार इस संसार दे अंदर अंकां ते अखरां दे निरंतरता का प्रतीक है कि अंक भी चलते रहने, अखर भी चलते रहने ने, इसकी निरंतरता का प्रतीक है एक ओंकार। मैनूं डर लगनों हट जाता। ये शिव कुमार बटालवी आख रहा है, यह गल पढ़ाई नहीं जाती, यह गल दसी नहीं जाती, उहदे रोमांस की गल तो करती जाती है, उहदी उन्हां कवितावां की गल तो की जाती है, पर जिहड़ियां कवितावां उन्हें गुरमत नाल जोड़ के गल की, जिहड़ी धर्म नाल जोड़ के गल की, जिहड़ी गुरु नानक बारे गल की, जिहड़ी गुरु गोबिंद सिंह बारे गल की, जिहड़ी एक ओंकार बारे गल की, वो गल नहीं की जाती। वो आखदा जो मैं एक ओंकार लिख दिना थब्बे के उत्ते तो फिर उन्हें डर लगना हट जाता है कि सिरजना कदी रोक ही नहीं सकती। एक ओंकार इस गल का प्रतीक है कि अंकां ते अखरां दी निरंतरता वाली सिरजना हमेशा चलती रहनी है। मैं शिव कुमार बटालवी दे इस कथन की हामी भरदा, जरा इस गल नूं समझण की कोशिश करिए। एक ओंकार किवें अंकां ते अखरां दी निरंतरता का प्रतीक है, इस गल नूं समझण की कोशिश करिए। अंकां दे विचों सब तो पहला अंक एका वो पाया हुआ है। अंकां विचों प्रथम अंक
ਏਕਾ, ਉਹ ਇੱਕ ਓਂਕਾਰ ਦੇ ਵਿੱਚ ਪਹਿਲਾ ਹਿੰਸਾ ਹੈ। ਅੱਖਰਾਂ ਵਿੱਚੋਂ ਸਭ ਤੋਂ ਪਹਿਲਾ ਅੱਖਰ ਊੜਾ, ਉਹ ਇੱਕ ਓਂਕਾਰ ਦਾ ਦੂਜਾ ਹਿੰਸਾ ਹੈ। ਤੇ ਫਿਰ ਉੱਤੇ ਕਾਰ ਪਾਈ ਹੋਈ ਹੈ। ਕਾਰ ਦਾ ਅਰਥ ਹੀ ਹੁੰਦੀ ਨਿਰੰਤਰਤਾ। ਸੰਸਕ੍ਰਿਤ ਦੇ ਸ਼ਬਦ ਹੈ ਕਾਰ, ਉਹਦਾ ਅਰਥ ਇਹ ਹੈ ਨਿਰੰਤਰਤਾ। ਆਪਾਂ ਪੰਜਾਬੀ 'ਚ ਵੀ ਕਾਰ ਨੂੰ ਨਿਰੰਤਰਤਾ ਦੇ ਰੂਪ 'ਚ ਹੀ ਵਰਤਦੇ ਆ। ਜਰਾ ਸਮਝਣ ਦੀ ਕੋਸ਼ਿਸ਼ ਕਰਿਓ। ਕਿਸੇ ਮਨੁੱਖ ਦੀ ਇੱਕ ਵਾਰ ਜਿੱਤ ਹੋਵੇ, ਆਪਾਂ ਕਹਿੰਦੇ ਤੇਰੀ ਜੈ ਹੋ ਗਈ। ਕੋਈ ਬੰਦਾ 2 ਵਾਰੀ ਜਿੱਤ ਗਿਆ, ਕਹਿਣਾ ਉਹਦੀ ਜੈ ਜੈ ਹੋ ਗਈ। ਤੇ ਪਰ ਜਿਹੜਾ ਹਮੇਸ਼ਾ ਜਿਹਦੇ ਬਾਰੇ ਕਹੀਏ ਕਿ ਸਦਾ ਹੀ ਉਹਦੀ ਜਿੱਤ ਹੁੰਦੀ ਰਹਿਣੀ ਚਾਹੀਦੀ ਹੈ, ਜਿਹਦੀ ਜਿੱਤ ਦੀ ਨਿਰੰਤਰਤਾ ਹੁੰਦੀ ਰਹੇ, ਜਿਹੜਾ ਜਿੱਤਾਂ ਹੀ ਜਿੱਤਦਾ ਰਹੇ, ਜਿਹੜਾ ਸਦਾ ਹੀ ਜਿੱਤਦਾ ਰਹੇ, ਜਿਹਦੀ ਜਿੱਤ ਨਿਰੰਤਰ ਦੀ ਜਿੱਤ ਹੋ ਜਾਏ, ਆਪਾਂ ਕਹਿੰਦੇ ਜੈ ਜੈਕਾਰ। ਜੈ ਜੈਕਾਰ। ਕਾਰ ਇੱਥੇ ਨਿਰੰਤਰਤਾ, ਜਿੱਤ ਦੀ ਨਿਰੰਤਰਤਾ ਦੀ ਨਿਸ਼ਾਨੀ ਹੈ। ਇੱਥੇ ਜੈ ਜੈਕਾਰ, ਕਾਰ ਨਿਰੰਤਰਤਾ ਦੀ ਨਿਸ਼ਾਨੀ। ਇੱਕ ਵਾਰੀ ਹੋਰ ਸਮਝੋ ਥੋੜ੍ਹਾ ਜਿਹਾ। ਕਿਸੇ ਮਨੁੱਖ ਨੂੰ ਕਿਸੇ ਗੱਲ ਦਾ ਦੁੱਖ ਹੁੰਦਾ ਹੈ, ਮੂੰਹ ਸ਼ਬਦ ਨਿਕਲਦਾ ਹਾਏ। ਥੋੜਾ ਜਿਹਾ ਦੁੱਖ ਆਇਆ, ਕਿਤੇ ਚੁੰਡੀ ਵੱਢੀ ਗਈ, ਹਾਏ। ਕਿਤੇ ਠੇਡਾ ਲੱਗ ਗਿਆ, ਹਾਏ। ਕਿਤੇ ਜ਼ਿਆਦਾ ਦੁੱਖ ਆ ਗਿਆ ਤੇ ਫਿਰ ਹਾਏ ਹਾਏ। ਪਰ ਉਹ ਦੁੱਖ ਕਿਸੇ ਮਨੁੱਖ ਦਾ ਨਹੀਂ ਰਿਹਾ, ਉਹ ਦੁੱਖ ਸਾਰਿਆਂ ਦਾ ਸਾਂਝਾ ਹੋ ਗਿਆ। ਹਾਏ ਹਾਏ ਸਾਰੇ ਬੰਨੇ ਮੱਚ ਗਈ, ਹਾਏ ਹਾਏ ਦੀ ਨਿਰੰਤਰਤਾ ਹੋ ਗਈ ਤੇ ਫਿਰ ਹਾਹਾਕਾਰ। ਕਾਰ ਨਿਰੰਤਰਤਾ ਦੀ ਨਿਸ਼ਾਨੀ। ਆਪਾਂ ਪੰਜਾਬੀ 'ਚ ਵੀ ਨਿਰੰਤਰਤਾ ਲਈ ਵਰਤਦੇ ਹਾਂ। ਭਾਸ਼ਾ ਵਿਗਿਆਨ ਦਾ ਭੇਦ ਹੈ। ਸੰਸਕ੍ਰਿਤ ਦੇ ਵਿੱਚ ਜਿਹੜੀ ਕਾਰ ਦੀ ਨਿਸ਼ਾਨੀ ਆ, ਉਹ ਜਿਹੜੀ ਇੱਕ ਓਂਕਾਰ ਤੋਂ ਬਾਅਦ ਉੱਪਰ ਪਾਈ, ਉਹ ਕਾਰ ਦੀ ਨਿਸ਼ਾਨੀ ਹੈ। ਕਾਰ ਦੀ ਨਿਸ਼ਾਨੀ ਆਪਾਂ ਬੋਲਦੇ ਵੀ ਹਾਂ, ਇੱਕ ਓਂਕਾਰ। ਕਾਰ ਦਾ ਮਤਲਬ ਇਹ ਹੈ ਕਿ ਨਿਰੰਤਰਤਾ, ਅੰਕਾਂ ਤੇ ਅੱਖਰਾਂ ਦੀ ਨਿਰੰਤਰਤਾ। ਸ਼ਿਵ ਕੁਮਾਰ ਬਟਾਲਵੀ ਦੇ ਸ਼ਬਦਾਂ 'ਚ ਇੱਕ ਓਂਕਾਰ ਇਸ ਗੱਲ ਦਾ ਪ੍ਰਤੀਕ ਹੈ ਕਿ ਅੰਕਾਂ ਤੇ ਅੱਖਰਾਂ ਦੀ ਸਿਰਜਣਾ ਨਿਰੰਤਰ ਚੱਲਦੀ ਰਹੇਗੀ। ਤੇ ਜਦੋਂ ਇੱਕ ਓਂਕਾਰ ਪਾ ਦਈਏ, ਫਿਰ ਡਰ ਲੱਗਣੋਂ ਹਟ ਜਾਂਦਾ ਹੈ। ਇਹ ਸ਼ਿਵ ਕੁਮਾਰ ਬਟਾਲਵੀ ਦੇ ਬੋਲਣ ਹੈ। ਆਪਾਂ ਆਮ ਤੌਰ ਤੇ ਹਿੰਦੂ ਲਿਖਾਰੀਆਂ ਦੀ ਮੈਂ ਗੱਲ ਕੀਤੀ, ਦੋਵਾਂ ਦੀ। ਬੇਸ਼ੱਕ ਉਹ ਬਲਵੰਤ ਗਾਰਗੀ ਹੈ, ਬੇਸ਼ੱਕ ਸ਼ਿਵ ਕੁਮਾਰ ਬਟਾਲਵੀ ਹੈ। ਦੋਨੇ ਨਾਮਣੇ ਵਾਲੇ ਨੇ। ਦੋਨੇ ਬੁਨਿਆਦੀ ਤੌਰ ਤੇ ਨਾ ਸਿੱਖੀ ਸਰੂਪ ਵਾਲੇ ਨੇ, ਨਾ ਸਿੱਖੀ ਵਿਚਾਰਧਾਰਾ ਵਾਲੇ ਨੇ, ਨਾ ਦੋਵਾਂ ਨੇ ਕਦੀ ਸਿੱਖ ਹੋਣ ਦਾ ਦਾਅਵਾ ਕੀਤਾ। ਪਰ ਉਹਨਾਂ ਦੀ ਇੱਕ ਓਂਕਾਰ ਪ੍ਰਤੀ ਸ਼ਰਧਾ ਦੇਖੋ। ਕਦੀ ਉਹੋ ਜੀ ਸ਼ਰਧਾ, ਕਦੀ ਇੱਕ ਓਂਕਾਰ ਪ੍ਰਤੀ ਉਹੋ ਜੀ ਇੱਕ ਤਰ੍ਹਾਂ ਦੀ ਆਪਣੇ ਆਪ ਨੂੰ ਜਾਣੀ ਕਿ ਸਮਰਪਣ ਕਰਨ ਵਾਲੀ ਗੱਲ ਸਾਡੇ ਮਨਾਂ 'ਚ ਕਦੀ ਆਈ? ਅਸੀਂ ਜਿਹੜੇ ਸਿੱਖ ਹੋਣ ਦਾ ਦਾਅਵਾ ਕਰਦੇ ਹਾਂ। ਮੇਰਾ ਸਾਰੀ ਗੱਲ ਕਹਿਣ ਦਾ ਮਤਲਬ, ਸਾਰੀ ਗੱਲ ਕਹਿਣ ਦਾ ਭਾਵ ਸਿਰਫ ਇਹੀ ਹੈ ਕਿ ਇੱਕ ਓਂਕਾਰ ਪ੍ਰਤੀ ਜਿਹੜੀ ਸਾਡੀ ਆਸਥਾ ਹੈ, ਉਹ ਅਰਥਾਂ ਤੋਂ ਉੱਪਰ ਉੱਠ ਕੇ ਦੁਨੀਆ ਦਾ ਸਭ ਤੋਂ ਵਿਚਿੱਤਰ ਅੱਖਰ, ਔਰ ਇੱਕੋ ਇੱਕ ਅੱਖਰ ਇਹੋ ਜਿਹਾ ਹੈ, ਅੱਖਰ ਨੂੰ ਆਪਾਂ ਸ਼ਬਦ ਦੇ ਅਰਥਾਂ 'ਚ ਵਰਤ ਲੈਂਦੇ ਹਾਂ। ਇੱਕ ਓਂਕਾਰ ਇੱਕ ਇਹੋ ਜਿਹਾ ਅੱਖਰ ਹੈ ਜਿਹਦੇ ਵਿੱਚ ਏਕਾ ਵੀ ਹੈ, ਅੰਕਾਂ ਦਾ ਪਹਿਲਾ ਅੰਕ, ਜਿਹਦੇ 'ਚ ਊੜਾ ਵੀ ਹੈ, ਅੱਖਰਾਂ ਦਾ ਪਹਿਲਾ ਅੱਖਰ, ਔਰ ਫਿਰ ਜਿਹਦੀ ਨਿਰੰਤਰਤਾ ਦਾ ਦਾਅਵਾ ਵੀ ਗੁਰੂ ਨਾਨਕ ਦੇਵ ਨੇ ਕਰਤਾ ਉੱਤੇ ਕਾਰ ਲਾ ਕੇ। ਅੰਕਾਂ ਤੇ ਅੱਖਰਾਂ ਦੀ ਨਿਰੰਤਰਤਾ ਚੱਲੇਗੀ। ਸਿਰਜਣਾ ਕਦੀ ਬੰਦ ਨਹੀਂ ਹੋਵੇਗੀ। ਪਰਮਾਤਮਾ ਦੀ ਸਿਰਜਣਾ ਕਦੀ ਬੰਦ ਨਹੀਂ ਹੁੰਦੀ। ਪਰਮਾਤਮਾ ਦੀ ਸਿਰਜਣਾ ਨਿਰੰਤਰ ਚੱਲਦੀ ਰਹਿੰਦੀ ਹੈ। ਕਾਦਰ ਦੀ ਕੁਦਰਤ ਨਿਰੰਤਰ ਕੁਛ ਨਾ ਕੁਛ ਸਿਰਜਦੀ ਰਹਿੰਦੀ ਹੈ। ਇੱਕ ਓਂਕਾਰ ਇਸ ਗੱਲ ਦਾ ਪ੍ਰਤੀਕ ਹੈ। ਕਿਉਂਕਿ ਕਾਦਰ ਦੀ ਕੁਦਰਤ ਸਿਰਜਦੀ ਰਹਿੰਦੀ ਹੈ, ਇਸ ਕਰਕੇ ਬ੍ਰਹਿਮੰਡ ਇਹ ਸੰਸਾਰ ਚੱਲਦਾ ਰਹਿੰਦਾ ਹੈ। ਜਦੋਂ ਕਾਦਰ ਦੀ ਕੁਦਰਤ ਨੇ ਸਿਰਜਣਾ ਬੰਦ ਕਰ ਦਿੱਤਾ, ਜਦੋਂ ਜਨਮ ਬੰਦ ਹੋ ਗਿਆ,
ਜਦੋਂ ਦੀ ਸਿਰਜਣਾ ਰੁਕ ਗਈ ਫਿਰ ਸੰਸਾਰ ਵੀ ਰੁਕ ਜਾਵੇਗਾ। ਇੱਕ ਓਂਕਾਰ ਬੇਸ਼ੱਕ ਉਹ ਅੰਕਾਂ 'ਚ ਹੋਵੇ, ਬੇਸ਼ੱਕ ਅੱਖਰਾਂ 'ਚ ਹੋਵੇ, ਉਸ ਕਾਦਰ ਦੀ ਕੁਦਰਤ ਦੇ ਸਿਰਜਣਾ ਦਾ ਪ੍ਰਤੀਕ ਹੈ। ਇਸ ਗੱਲ ਨੂੰ ਥੋੜਾ ਜਿਹਾ ਹਿਰਦੇ ਅੰਦਰ ਵਸਾ ਲਈਏ। ਔਰ ਇਸੇ ਕਰਕੇ ਸ਼ਾਇਦ ਸਿਰਜਣਾ ਦੇ ਲਈ ਬੀਜ ਚਾਹੀਦੇ ਹੁੰਦੇ ਨੇ, ਸਿਰਜਣਾ ਨੂੰ ਤੋੜਨ ਲਈ ਬੀਜ ਚਾਹੀਦੇ ਹੁੰਦੇ ਨੇ। ਤੇ ਇਸੇ ਕਰਕੇ ਸਾਡੇ ਵਡੇਰਿਆਂ ਨੇ ਇੱਕ ਓਂਕਾਰ ਨੂੰ ਬੀਜ ਮੰਤਰ ਆਖਿਆ ਹੈ। ਇੱਕ ਓਂਕਾਰ ਨੂੰ ਕੀ ਆਖਿਆ? ਬੀਜ ਮੰਤਰ ਆਖਿਆ ਹੈ। ਸਾਡੇ ਮੈਂ ਥੋੜਾ ਜਿਹਾ ਵਿਸਤਾਰ ਲੈ ਲਵਾਂ। ਅਸੀਂ 3 ਤਰ੍ਹਾਂ ਦੀ ਗੱਲ ਕਰਦੇ ਹਾਂ ਆਮ ਤੌਰ ਤੇ। ਇੱਕ ਓਂਕਾਰ ਮੂਲ ਮੰਤਰ, ਇੱਕ ਓਂਕਾਰ ਬੀਜ ਮੰਤਰ। ਫਿਰ ਅਸੀਂ ਕਹਿੰਦੇ ਹਾਂ ਸਾਡੇ ਕੋਲ ਮੂਲ ਮੰਤਰ ਵੀ ਹੈ, ਇੱਕ ਓਂਕਾਰ ਤੋਂ ਸ਼ੁਰੂ ਹੋ ਕੇ। ਫਿਰ ਅਸੀਂ ਕਹਿੰਦੇ ਸਾਡੇ ਕੋਲ ਗੁਰਮੰਤਰ ਵੀ ਹੈ, ਜੋ ਸਾਨੂੰ ਗੁਰੂ ਵਾਲੇ ਬਣਿਆ ਮਿਲਦਾ ਹੈ। ਫਿਰ ਅਸੀਂ ਕਹਿੰਦੇ ਸਾਡੇ ਕੋਲ ਮੰਗਲਾਚਰਨ ਵੀ ਹੈ। ਬੀਜ ਮੰਤਰ ਹੈ, ਮੂਲ ਮੰਤਰ ਹੈ, ਗੁਰਮੰਤਰ ਹੈ, ਮੰਗਲਾਚਰਨ ਹੈ, ਪਰ ਜਿੱਥੋਂ ਵੀ ਜਿਹਦੀ ਵੀ ਗੱਲ ਕਰੋਗੇ, ਗੱਲ ਆਰੰਭਤਾ ਇੱਕ ਓਂਕਾਰ ਤੋਂ ਸ਼ੁਰੂ ਹੁੰਦੀ ਹੈ। ਬੇਸ਼ੱਕ ਉਹ ਮੂਲ ਮੰਤਰ ਦੀ ਆਰੰਭਤਾ ਹੈ, ਬੇਸ਼ੱਕ ਉਹ ਮੰਗਲਾਚਰਨ ਦੀ ਆਰੰਭਤਾ ਹੈ, ਬੇਸ਼ੱਕ ਉਹ ਜਪਜੀ ਦੀ ਆਰੰਭਤਾ ਹੈ, ਬੇਸ਼ੱਕ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੈ, ਸ਼ੁਰੂ ਹੁੰਦੀ ਹੈ ਇੱਕ ਓਂਕਾਰ ਤੋਂ। ਮੈਂ ਸੋਚਦਾ ਇਹ ਗੁਰੂ ਨਾਨਕ ਸਾਹਿਬ ਦਾ ਪਾਇਆ ਹੋਇਆ ਅੱਖਰ, ਇਹ ਇਦੋਂ ਵਿਚਿੱਤਰ ਅੱਖਰ ਦੁਨੀਆ 'ਚ ਹੋਰ ਕੋਈ ਨਹੀਂ। ਇਹਦੇ ਵਿੱਚ ਅੰਕ ਵੀ ਸ਼ਾਮਲ ਹੈ, ਇਹਦੇ ਵਿੱਚ ਅੱਖਰ ਵੀ ਸ਼ਾਮਲ ਹੈ, ਔਰ ਇਹ ਦੋਨੇ ਮਿਲ ਕੇ ਫਿਰ ਦੋਵਾਂ ਤੋਂ ਉੱਪਰ ਇੱਕ ਕਾਰ ਵੀ ਹੈ। ਮੈਂ ਵਿਆਖਿਆ 'ਚ ਨਹੀਂ ਜਾ ਰਿਹਾ, ਮੈਂ ਵਿਸਤਾਰ ਵਿੱਚ ਨਹੀਂ ਜਾ ਰਿਹਾ। ਵਿਆਖਿਆ ਇੱਕ ਓਂਕਾਰ ਦੀ ਬਹੁਤ ਹੋਈ ਹੈ। ਜਪਜੀ ਸਾਹਿਬ ਦੇ ਘੱਟੋ ਘੱਟ 700 ਤੋਂ ਵੱਧ ਟੀਕੇ ਲਿਖੇ ਗਏ ਵੱਖ-ਵੱਖ ਵਿਦਵਾਨਾਂ ਵੱਲੋਂ, ਤੇ ਜਿਹਨੇ ਜਪਜੀ ਦਾ ਟੀਕਾ ਲਿਖਿਆ ਉਹ ਮੂਲ ਮੰਤਰ ਦੀ ਵਿਆਖਿਆ ਕੀਤੀ ਜੇ ਪਹਿਲਾਂ, ਤੇ ਉਹ ਇੱਕ ਓਂਕਾਰ ਦੀ ਵਿਆਖਿਆ ਤੋਂ ਲੰਘ ਕੇ ਗਿਆ। ਪਰ ਕੋਈ ਦਾਵਾ ਨਹੀਂ ਕਰ ਸਕਿਆ ਕਿ ਇੱਕ ਓਂਕਾਰ ਦੀ ਵਿਆਖਿਆ ਪੂਰੀ ਹੋਈ ਹੈ। ਕੋਈ ਦਾਵਾ ਕਰ ਵੀ ਨਹੀਂ ਸਕਦਾ ਇਸ ਕਰਕੇ ਵਿਆਖਿਆ 'ਚ ਪੈਣਾ ਵੀ ਨਹੀਂ, ਅਰਥ ਭਾਵ ਵਿੱਚ ਵੀ ਨਹੀਂ ਪਿਆ। ਮੈਂ ਅਰਥ ਭਾਵ ਵਿੱਚ ਨਹੀਂ ਪੈਣਾ, ਬਸ ਉਹਨੂੰ ਹਿਰਦੇ ਅੰਦਰ ਵਸਾਉਣ ਦੀ ਗੱਲ ਕਰਨੀ ਹੈ, ਇਹਨੂੰ ਸ਼ਰਧਾ 'ਚ ਲੈ ਕੇ ਜਾਣਾ ਹੈ। ਇੱਕ ਓਂਕਾਰ ਨਾਲ ਜੁੜ ਜਾਣਾ। ਇੱਕ ਓਂਕਾਰ ਬੀਜ ਮੰਤਰ ਹੈ। ਇੱਕ ਓਂਕਾਰ ਨਾਲ ਜੁੜ ਗਿਆ ਤੇ ਬੀਜ ਨਾਲ ਜੁੜ ਗਿਆ। ਇੱਕ ਓਂਕਾਰ ਨਾਲ ਜੁੜ ਗਿਆ ਤੇ ਉਸ ਕਾਦਰ ਦੀ ਕੁਦਰਤ ਦੀ ਸਿਰਜਣਾ ਦੇ ਨਾਲ ਜੁੜ ਗਿਆ। ਇੱਕ ਓਂਕਾਰ ਇਸ ਗੱਲ ਦਾ ਪ੍ਰਤੀਕ ਹੈ ਕਿ ਕਾਦਰ ਦੀ ਕੁਦਰਤ ਦੀ ਸਿਰਜਣਾ ਕਦੀ ਰੋਕ ਨਹੀਂ ਸਕਦੀ, ਤੇ ਜਿਹੜਾ ਉਸ ਦੇ ਨਾਲ ਜੁੜ ਗਿਆ ਉਹ ਵੀ ਸਿਰਜਕ ਬਣ ਜਾਏਗਾ। ਇੱਕ ਓਂਕਾਰ ਸਿਰਜਕ ਹੈ, ਤੇ ਤੁਸੀਂ ਇੱਕ ਓਂਕਾਰ ਦੇ ਨਾਲ ਜੁੜ ਗਏ, ਸਿਰਜਕ ਬਣ ਜਾਓਗੇ। ਉਸ ਨੇ ਇਹੀ ਗੱਲ ਆਖੀ ਸੀ ਜਪਜੀ ਦੀ ਵਿਆਖਿਆ ਕਰਦੇ ਹਾਂ। ਉਸ ਨੇ ਇਹੀ ਗੱਲ ਆਖੀ ਸੀ ਇੱਕ ਓਂਕਾਰ ਸਤਨਾਮ ਦੀ ਵਿਆਖਿਆ ਕਰਦੇ ਹਾਂ। ਉਸਨੇ ਆਖਿਆ ਸੀ ਇੱਕ ਓਂਕਾਰ ਪਹਿਲਾ ਅੱਖਰ ਹੈ ਜਿਹੜਾ ਪ੍ਰਭੂ ਨਾਲ ਅਭੇਦ ਹੋਣ ਤੋਂ ਬਾਅਦ, ਪ੍ਰਭੂ ਦਾ ਰੂਪ ਹੋਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ। ਇੱਕ ਓਂਕਾਰ ਬਿਲਕੁਲ ਪ੍ਰਮਾਤਮਾ ਵਰਗਾ ਹੈ। ਇੱਕ ਓਂਕਾਰ ਬਿਲਕੁਲ ਹੂ ਪ੍ਰਭੂ ਹੈ। ਇੱਕ ਓਂਕਾਰ ਹੂ ਪਾਰ ਬ੍ਰਹਮ ਹੈ। ਪ੍ਰਮਾਤਮਾ ਨਾਲ ਮੇਲ ਤੋਂ ਬਾਅਦ ਗੁਰੂ ਨਾਨਕ ਦੇ ਬੁਖਾਰ ਬਿੰਦ ਤੋਂ ਨਿਕਲਿਆ ਜਿਹੜਾ ਪਹਿਲਾ ਅੱਖਰ ਹੈ ਇੱਕ ਓਂਕਾਰ ਹੈ। ਸੋ ਇਸ ਪਹਿਲੇ ਅੱਖਰ ਦੇ ਨਾਲ ਜੁੜ ਲਈਏ, ਇਸ ਵਿਚਿੱਤਰ, ਪਵਿੱਤਰ, ਪਾਵਨਸ਼ਾਲੀ, ਗੌਰਵਸ਼ਾਲੀ, ਸ਼ਕਤੀਸ਼ਾਲੀ ਅੱਖਰ ਨਾਲ ਜੁੜ ਜਾਈਏ। ਸਿਰਜਣਾ ਹੂ ਤੁਹਾਡੀ ਮੁਹਤਾਜ ਹੋ ਜਾਵੇਗੀ। ਜਿੱਥੇ ਗੱਲ ਛੱਡੀ ਹੈ ਇੱਥੋਂ ਕੋਈ ਗੱਲ ਅਗਲੇ ਐਪੀਸੋਡ ਦੇ ਵਿੱਚ ਸ਼ੁਰੂ ਕਰਾਂਗੇ। ਇੱਕ ਓਂਕਾਰ ਦੀ ਗੱਲ ਹੀ ਸ਼ੁਰੂ ਰੱਖਾਂਗੇ। ਇੰਨੇ ਸ਼ਬਦਾਂ ਦੇ ਨਾਲ ਇੱਕ ਵਾਰ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।